ਕੰਚਨ ਆਊਟਲੁੱਕ। ਪਰਮਾਤਮਾ ਦਾ ਇਸ ਜਗਤ ਦੇ ਨਾਲ ਸੰਬੰਧ ਕਿਹੋ ਜਿਹਾ ਹੈ, ਕਿਹੋ ਜਿਹਾ ਰਿਸ਼ਤਾ ਹੈ, ਕਿਹੜੇ ਵੱਖਰੇ ਵੱਖਰੇ ਰੂਪ ਉਸ ਪਰਮਾਤਮਾ ਦੇ ਹਨ, ਕਿਸ ਪ੍ਰਕਾਰ ਦੇ ਪਾਪ ਅਸੀਂ ਕਰਦੇ ਹਾਂ, ਕਿੰਨੇ ਹੀ ਜਨਮ ਅਸੀਂ ਭੋਗਦੇ ਹਾਂ, ਇਹਨਾਂ ਪਾਪਾਂ ਨੂੰ ਖਤਮ ਕਿਵੇਂ ਕਰਨਾ ਹੈ। ਇਹ ਕੁਝ ਸਵਾਲ ਹਨ ਜਿਨ੍ਹਾਂ ਦੇ ਉੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 387ਵੇਂ ਅੰਗ ਦੀ ਬਾਣੀ ਦੇ ਵਿੱਚੋਂ ਸਾਨੂੰ ਮਿਲਣੇ ਹਨ। ਸੋ ਕੋਸ਼ਿਸ਼ ਕਰਿਓ ਵੀਡੀਓ ਨੂੰ ਅੰਤ ਤੱਕ ਵੇਖਣ ਦੀ। ਚੰਗੀ ਲੱਗੇ ਤੇ ਅੱਗੇ ਲੋਕਾਂ ਦੇ ਤੱਕ ਸ਼ੇਅਰ ਵੀ ਜ਼ਰੂਰ ਕਰ ਦਿਓ। ਆਓ ਜਾਣੀਏ ਇਹਨਾਂ ਸਵਾਲਾਂ ਦੇ ਉੱਤਰ। ਆਸਾ ਮਹਿਲਾ ਪੰਜਵਾਂ। ਏਕੋ ਏਕੀ ਨੈਣ ਨਿਹਾਰੋ, ਸਦਾ ਸਦਾ ਹਰ ਨਾਮ ਸਮਾਰੋ। ਗੁਰੂ ਸਾਹਿਬ ਕਹਿੰਦੇ ਕਿ ਮੈਂ ਆਪਣੇ ਨੈਣਾਂ ਦੇ ਨਾਲ, ਆਪਣੀਆਂ ਅੱਖਾਂ ਦੇ ਨਾਲ ਹਰ ਥਾਂ ਉਸ ਇੱਕ ਪਰਮਾਤਮਾ ਨੂੰ ਵਸਦਾ ਹੋਇਆ ਵੇਖਦਾ ਹਾਂ। ਏਕੋ ਏਕੀ ਨੈਣ ਨਿਹਾਰੋ, ਸਦਾ ਸਦਾ ਹਰ ਨਾਮ ਸਮਾਰੋ। ਸਦਾ ਹੀ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹਾਂ, ਆਪਦੇ ਹਿਰਦੇ ਵਿੱਚ ਟਿਕਾਈ ਰੱਖਦਾ ਹਾਂ। ਰਾਮ ਰਾਮਾ ਰਾਮਾ ਗੁਣ ਗਾਵੋ, ਸੰਤ ਪ੍ਰਤਾਪ ਸਾਧ ਕੈ ਸੰਗੇ। ਹਰ ਹਰ ਨਾਮ ਧਿਆਵੋ ਰੇ ਰਹਾਓ। ਹੇ ਭਾਈ, ਗੁਰੂ ਦੇ ਬਖਸ਼ੇ ਪ੍ਰਤਾਪ ਦੀ ਬਰਕਤ ਨਾਲ, ਗੁਰੂ ਦੀ ਸੰਗਤ ਵਿੱਚ ਰਹਿ ਕੇ ਮੈਂ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹਾਂ। ਮੈਂ ਸਦਾ ਹੀ ਪਰਮਾਤਮਾ ਦੇ ਸੋਹਣੇ ਗੁਣ ਗਾਉਂਦਾ ਰਹਿੰਦਾ ਹਾਂ। ਸਗਲ ਸਮੱਗਰੀ ਜਾਕੈ ਸੂਤ ਪਰੋਈ। ਸਾਰੀ ਸ੍ਰਿਸ਼ਟੀ, ਸਾਰੇ ਹੀ ਪਦਾਰਥ ਜਿਸ ਪਰਮਾਤਮਾ ਦੇ ਹੁਕਮ ਦੇ ਧਾਗੇ ਦੇ ਵਿੱਚ ਬੱਝੇ ਹੋਏ ਹਨ। ਘਟ ਘਟ ਅੰਤਰ ਰਵਿਆ ਸੋਈ। ਹਰੇਕ ਹਿਰਦੇ ਦੇ ਵਿੱਚ ਉਹ ਪਰਮਾਤਮਾ ਵਸ ਰਿਹਾ ਹੈ। ਓਪਤ ਪਰ ਲਓ ਖਿਨ ਮਹਿ ਕਰਤਾ। ਪਰਮਾਤਮਾ ਇਸ ਜਗਤ ਦੀ ਉਤਪਤੀ ਤੇ ਵਿਨਾਸ਼ ਇੱਕ ਖਿਣ ਵਿੱਚ ਕਰ ਦਿੰਦਾ ਹੈ। ਆਪ ਅਲੇਪਾ ਨਿਰਗੁਣ ਰਹਿਤਾ। ਖੁਦ ਜਗਤ ਨੂੰ ਬਣਾਉਂਦਾ ਹੈ, ਖੁਦ ਜਗਤ ਨੂੰ ਨਾਸ ਵੀ ਕਰ ਦਿੰਦਾ ਹੈ। ਪਰ ਇਸ ਸਾਰੀ ਪ੍ਰਕਿਰਿਆ ਦੇ ਦੌਰਾਨ ਪਰਮਾਤਮਾ ਆਪ ਅਲੇਪ ਰਹਿੰਦਾ ਹੈ, ਨਿਰਲੇਪ ਰਹਿੰਦਾ ਹੈ। ਇਸ ਜਗਤ ਤੋਂ, ਆਪਣੀ ਰਚਨਾ ਤੋਂ ਵੱਖਰਾ ਰਹਿੰਦਾ ਹੈ। ਵਿੱਚ ਵਸਿਆ ਹੋਇਆ ਵੀ ਹੈ, ਕਣ ਕਣ ਦੇ ਵਿੱਚ ਰਵਿਆ ਹੋਇਆ ਵੀ ਹੈ, ਪਰ ਫਿਰ ਵੀ ਵੱਖਰਾ ਰਹਿੰਦਾ ਹੈ। ਇਹਨੂੰ ਸਮਝਣ ਦੇ ਲਈ ਅਸੀਂ ਆਪਣੀ ਉਦਾਹਰਣ ਲੈਂਦੇ ਹਾਂ ਇਨਸਾਨਾਂ ਦੀ। ਇਨਸਾਨ ਵੀ ਬਹੁਤ ਸਾਰੀਆਂ ਚੀਜ਼ਾਂ ਬਣਾਉਂਦੇ ਨੇ। ਜਿਵੇਂ ਪਰਮਾਤਮਾ ਇਸ ਸ੍ਰਿਸ਼ਟੀ ਦਾ ਮਾਲਕ ਹੈ, ਉਸੇ ਪ੍ਰਕਾਰ ਇਨਸਾਨ ਆਪਣੇ ਆਪਣੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਵਸਤਾਂ ਦੇ ਮਾਲਕ ਹੁੰਦੇ ਨੇ, ਆਪਣੇ ਆਪ ਨੂੰ ਮਾਲਕ ਸਮਝਦੇ ਨੇ। ਜਿਵੇਂ ਇਹ ਸ੍ਰਿਸ਼ਟੀ, ਸਾਰੇ ਜੀਵ, ਸਾਰੇ ਪਦਾਰਥ ਪਰਮਾਤਮਾ ਦੀ ਰਚਨਾ ਹਨ, ਉਸੇ ਪ੍ਰਕਾਰ ਹੀ ਕੁਝ ਨਾ ਕੁਝ ਪਦਾਰਥ ਹਰੇਕ ਇਨਸਾਨ ਦੀ ਰਚਨਾ ਵੀ ਹੁੰਦੇ ਨੇ। ਫਰਕ ਕਿੱਥੇ ਪੈ ਜਾਂਦਾ ਹੈ? ਪਰਮਾਤਮਾ ਆਪਣੀ ਰਚਨਾ ਦੇ ਨਾਲੋਂ ਵੱਖਰਾ ਹੈ, ਨਿਰਲੇਪ ਹੈ। ਪਰ ਜੋ ਇਨਸਾਨ ਹੈ ਉਹ ਆਪਣੀ ਰਚਨਾ ਦੇ ਮੋਹ ਦੇ ਵਿੱਚ ਫਸ ਜਾਂਦਾ ਹੈ। ਆਪਣੀ ਰਚਨਾ ਨੂੰ ਪਰਮਾਤਮਾ ਨਾਸ ਕਰ ਸਕਦਾ ਹੈ, ਉਹਨੂੰ ਕੋਈ ਦੁੱਖ ਨਹੀਂ ਹੁੰਦਾ, ਰੱਤੀ ਭਰ ਵੀ ਗਮ ਨਹੀਂ ਹੁੰਦਾ। ਪਰ ਇਨਸਾਨ ਆਪਣੀ ਰਚਨਾ ਨੂੰ ਨਸ਼ਟ ਨਹੀਂ ਕਰ ਸਕਦਾ, ਉਹਨੂੰ ਬਹੁਤ ਦੁੱਖ ਹੁੰਦਾ ਹੈ ਜੇ ਉਹਨੂੰ ਕਦੇ ਆਪਣੀ ਰਚਨਾ ਨਸ਼ਟ ਕਰਨੀ ਪੈ ਜਾਵੇ। ਤਾਂ ਹੁੰਦਾ ਇਸ ਕਰਕੇ ਹੈ ਕਿਉਂਕਿ ਇਨਸਾਨ ਆਪਣੀ ਰਚਨਾ ਦੇ ਨਾਲ ਮੋਹ ਦੇ ਧਾਗੇ ਦੇ ਵਿੱਚ ਵੱਜ ਜਾਂਦਾ ਹੈ, ਮੋਹ ਦੇ ਸ਼ਿਕੰਜੇ ਦੇ ਵਿੱਚ ਫਸ ਜਾਂਦਾ ਹੈ, ਆਪਣੀ ਰਚਨਾ ਦੇ ਮੋਹ ਵਿੱਚ ਪੈ ਜਾਂਦਾ ਹੈ। ਇਹ ਨਹੀਂ ਕਿ ਪਰਮਾਤਮਾ ਆਪਣੀ ਰਚਨਾ ਨੂੰ ਪਿਆਰ ਨਹੀਂ ਕਰਦਾ, ਸਭ ਜੀਵਾਂ ਦੀ, ਸਭ ਪਦਾਰਥਾਂ ਦੀ ਸੰਭਾਲ ਕਰਦਾ ਹੈ, ਦੇਖਭਾਲ ਕਰਦਾ ਹੈ, ਸਭਨਾਂ ਨੂੰ ਪ੍ਰੇਮ ਕਰਦਾ ਹੈ, ਪਰ ਮੋਹ ਦੇ ਧਾਗੇ ਵਿੱਚ ਨਹੀਂ ਵੱਜਿਆ ਹੋਇਆ। ਜੇ ਉਹ ਰਚਨਾ ਨਸ਼ਟ ਹੁੰਦੀ ਹੈ ਤਾਂ ਪਰਮਾਤਮਾ ਨੂੰ ਕੋਈ ਦੁੱਖ ਨਹੀਂ ਹੁੰਦਾ। ਇਸ ਗੱਲੋਂ ਪਰਮਾਤਮਾ ਨਿਰਲੇਪ ਹੈ, ਆਪ ਅਲੇਪਾ ਨਿਰਗੁਣ ਰਹਿਤਾ। ਆਪਣੀ ਰਚਨਾ ਤੋਂ ਨਿਰਲੇਪ ਰਹਿੰਦਾ ਹੈ, ਮਾਇਆ ਦੇ ਤਿੰਨਾਂ ਗੁਣਾਂ ਤੋਂ ਨਿਰਲੇਪ ਰਹਿੰਦਾ ਹੈ। ਕਰਨ ਕਰਾਵਨ ਅੰਤਰਜਾਮੀ, ਆਨੰਦ ਕਰੈ ਨਾਨਕ ਕਾ ਸੁਆਮੀ। ਪਰਮਾਤਮਾ ਸਭਨਾਂ ਦੇ ਦਿਲ ਦੀ ਜਾਣਨ ਵਾਲਾ ਹੈ, ਅੰਤਰਜਾਮੀ ਹੈ।
ਖੁਦ ਸਭ ਕੁਝ ਕਰਨ ਦੀ ਸਮਰੱਥਾ ਵੀ ਰੱਖਦਾ ਹੈ, ਜੀਵਾਂ ਦੇ ਪਾਸੋਂ ਸਭ ਕੁਝ ਕਰਵਾਉਣ ਦੀ ਸਮਰੱਥਾ ਵੀ ਰੱਖਦਾ ਹੈ। ਇਨ੍ਹਾਂ ਤਾਮ ਝਾਮ ਸੰਭਾਲਦੇ ਹੋਏ ਵੀ ਆਨੰਦ ਕਰੈ ਨਾਨਕ ਕਾ ਸੁਆਮੀ। ਨਾਨਕ ਦਾ ਮਾਲਕ ਪ੍ਰਭੂ ਆਨੰਦ ਕਰਦਾ ਹੈ, ਆਨੰਦ ਦੇ ਵਿੱਚ ਰਹਿੰਦਾ ਹੈ, ਸਦਾ ਹੀ ਆਨੰਦਿਤ ਰਹਿੰਦਾ ਹੈ। ਸਾਡੇ ਜੀਵਨ ਦੇ ਵਿੱਚ ਸਾਡੇ 'ਤੇ ਕੋਈ ਜ਼ਿੰਮੇਵਾਰੀ ਪੈ ਜਾਵੇ, ਉਹਨੂੰ ਨਿਭਾਉਂਦੇ ਨਿਭਾਉਂਦੇ ਅਸੀਂ ਅੱਕ ਜਾਂਦੇ ਹਾਂ, ਦੁਖੀ ਹੋ ਜਾਂਦੇ ਹਾਂ, ਕਹਿੰਦੇ ਹਾਂ ਕਿ ਸਾਨੂੰ ਚੈਨ ਦਾ ਇੱਕ ਪਲ ਵੀ ਨਹੀਂ ਮਿਲ ਰਿਹਾ। ਪਰ ਪ੍ਰਮਾਤਮਾ ਇੰਨੀ ਵੱਡੀ ਸ੍ਰਿਸ਼ਟੀ ਸੰਭਾਲਦੇ ਹੋਏ ਵੀ ਆਨੰਦ ਦੇ ਵਿੱਚ ਰਹਿੰਦਾ ਹੈ। ਪ੍ਰਮਾਤਮਾ ਤੋਂ ਇਹ ਗੱਲਾਂ ਅਸੀਂ ਸਿੱਖੀਏ। ਇਹ ਦੋ ਗੁਣ, ਨਿਰਲੇਪ ਰਹਿਣਾ ਤੇ ਆਨੰਦਿਤ ਰਹਿਣਾ, ਇਹ ਸਿੱਖੀਏ, ਆਪਣੇ ਜੀਵਨ ਦਾ ਹਿੱਸਾ ਬਣਾਈਏ। ਆਸਾ ਮਹਿਲਾ ਪੰਜਵਾਂ। ਕੋਟ ਜਨਮ ਕੇ ਰਹੇ ਭਵਾਰੇ, ਦੁਲਬ ਦੇ ਜੀਤੀ ਨਹੀਂ ਹਾਰੇ। ਕਿਲ ਵਿਖ ਵਿਨਾਸੇ ਦੁੱਖ ਦਰਦ ਦੂਰ, ਭਏ ਪੁਨੀਤ ਸੰਤਨ ਕੀ ਧੂਰ। ਰਹਾਉ। ਰਹਾਉ ਵਾਲੀ ਪੰਕਤੀ ਦੀ ਵਿਆਖਿਆ ਆਪਾਂ ਪਹਿਲਾਂ ਕਰਦੇ ਹਾਂ। ਹੇ ਭਾਈ, ਜਿਨ੍ਹਾਂ ਵੱਡਭਾਗੀ ਮਨੁੱਖਾਂ ਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲ ਗਈ, ਸੰਤਨ ਕੀ ਧੂੜ, ਭਏ ਪੁਨੀਤ, ਉਹ ਪਵਿੱਤਰ ਜੀਵਨ ਵਾਲੇ ਹੋ ਗਏ ਹਨ। ਕਿਲ ਵਿਖ ਵਿਨਾਸੇ, ਦੁੱਖ ਦਰਦ ਦੂਰ, ਉਹਨਾਂ ਦੇ ਸਾਰੇ ਹੀ ਦੁੱਖ ਕਲੇਸ਼ ਬਿਨਸ ਗਏ ਹਨ, ਦੂਰ ਹੋ ਗਏ ਹਨ। ਕੋਟ ਜਨਮ ਕੇ ਰਹੇ ਭਵਾਰੇ, ਕਰੋੜਾਂ ਜਨਮਾਂ ਦੇ ਗੇੜ ਉਹਨਾਂ ਦੇ ਮੁੱਕ ਗਏ ਹਨ। ਦੁਰਲਭ ਦੇ ਜੀਤੀ ਨਹੀਂ ਹਾਰੇ, ਮੁਸ਼ਕਲ ਨਾਲ ਜੋ ਇਹ ਮਨੁੱਖਾ ਜਨਮ ਉਹਨਾਂ ਨੂੰ ਮਿਲਿਆ, ਇਹਦੀ ਬਾਜ਼ੀ ਉਹਨਾਂ ਜਿੱਤ ਲਈ ਹੈ। ਉਹ ਮਾਇਆ ਦੇ ਹੱਥੋਂ ਹਾਰੇ ਨਹੀਂ। ਪ੍ਰਭ ਕੇ ਸੰਤ ਉਦਾਹਰਨ ਜੋਗ, ਤਿਸ ਭੇਟੇ ਜਿਸ ਧੁਰ ਸੰਜੋਗ। ਜੋ ਪ੍ਰਮਾਤਮਾ ਦੇ ਸੰਤ ਜਨ ਹਨ, ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਪ੍ਰਮਾਤਮਾ ਦੇ ਭਗਤ ਜਨ ਹਨ, ਉਹ ਉਦਾਹਰਨ ਜੋਗ ਹਨ। ਉਹ ਖੁਦ ਤੇ ਮਾਇਆ ਦੇ ਹੱਲਿਆਂ ਤੋਂ, ਵਿਕਾਰਾਂ ਤੋਂ ਬਚੇ ਹੀ ਹੁੰਦੇ ਨੇ। ਉਹ ਦੂਜਿਆਂ ਨੂੰ ਵੀ ਮੋਹ ਮਾਇਆ ਦੇ ਵਿਕਾਰਾਂ ਤੋਂ ਬਚਾਉਣ ਦੀ ਸਮਰੱਥਾ ਰੱਖਦੇ ਨੇ। ਪਰ ਇਹਨਾਂ ਸੰਤ ਜਨਾਂ ਦੇ ਨਾਲ ਮਿਲਾਪ ਉਹਨਾਂ ਦਾ ਹੀ ਹੁੰਦਾ ਹੈ, ਜਿਨ੍ਹਾਂ ਦੇ ਮੱਥਿਆਂ ਦੇ ਉੱਪਰ ਧੁਰੋਂ ਹੀ ਇਹ ਸੰਜੋਗ ਪ੍ਰਮਾਤਮਾ ਨੇ ਲਿਖਿਆ ਹੋਵੇ। ਮਨ ਆਨੰਦ ਮੰਤਰ ਗੁਰ ਦੀਆ, ਤ੍ਰਿਸ਼ਨ ਬੁੱਝੀ ਮਨ ਨਿਹਚਲ ਥੀਆ। ਜਿਸ ਮਨੁੱਖ ਨੂੰ ਗੁਰੂ ਨੇ ਮੰਤਰ ਦੇ ਦਿੱਤਾ, ਉਪਦੇਸ਼ ਦੇ ਦਿੱਤਾ, ਉਹਦਾ ਮਨ ਆਨੰਦਿਤ ਹੋ ਗਿਆ, ਉਹਦੀ ਮਾਇਆ ਦੀ ਤ੍ਰਿਸ਼ਨਾ ਬੁੱਝ ਗਈ, ਉਹਦਾ ਮਨ ਨਿਹਚਲ ਹੋ ਗਿਆ, ਅਡੋਲ ਹੋ ਗਿਆ। ਨਾਮ ਪਦਾਰਥ ਨੌ ਨਿਧ ਸਿੱਧ, ਨਾਨਕ ਗੁਰ ਤੇ ਪਾਈ ਬੁੱਧ। ਹੇ ਨਾਨਕ, ਜਿਸ ਮਨੁੱਖ ਨੇ ਗੁਰੂ ਪਾਸੋਂ ਸਹੀ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਕਰ ਲਈ, ਉਹਨੂੰ ਸਭ ਤੋਂ ਕੀਮਤੀ ਪਦਾਰਥ ਪ੍ਰਮਾਤਮਾ ਦਾ ਨਾਮ ਮਿਲ ਜਾਂਦਾ ਹੈ। ਉਹ ਨਾਮ ਜੋ 9 ਖਜ਼ਾਨਿਆਂ ਦੇ ਤੇ ਸਾਰੀਆਂ ਹੀ ਕਰਾਮਾਤੀ ਤਾਕਤਾਂ ਦੇ ਬਰਾਬਰ ਹੈ। ਨਾਮ ਪਦਾਰਥ 9 ਨਿਧ ਸਿੱਧ, ਨਾਨਕ ਗੁਰ ਤੇ ਪਾਈ ਬੁੱਧ। ਆਸਾ ਮਹਿਲਾ ਪੰਜਵਾਂ। ਮਿਟੀ ਤਿਆਸ ਅਗਿਆਨ ਅੰਧੇਰੇ, ਸਾਧ ਸੇਵਾ ਅਗ ਕੱਟੇ ਘਨੇਰੇ। ਅਗ ਤੋਂ ਭਾਵ ਪਾਪ। ਜੋ ਮਨੁੱਖ ਸਾਧ ਸੇਵਾ ਕਰਦੇ ਹਨ, ਗੁਰੂ ਦੀ ਸੇਵਾ ਕਰਦੇ ਹਨ ਤੇ ਗੁਰੂ ਦੀ ਦੱਸੀ ਹੋਈ ਸੇਵਾ ਕਰਦੇ ਹਨ, ਅਗ ਕੱਟੇ ਘਨੇਰੇ, ਉਹਨਾਂ ਦੇ ਅਨੇਕਾਂ ਹੀ ਪਾਪ ਕੱਟੇ ਜਾਂਦੇ ਨੇ, ਦੂਰ ਹੋ ਜਾਂਦੇ ਨੇ। ਪਾਪ ਸਾਡੇ ਮਨਾਂ ਦੇ ਵਿੱਚ ਹੁੰਦੇ ਨੇ। ਜੋ ਕਾਰਜ ਅਸੀਂ ਕਰ ਬੈਠੇ, ਬੇਸ਼ੱਕ ਉਹ ਮਾੜਾ ਹੀ ਸੀ, ਜੋ ਕਰ ਬੈਠੇ ਉਹ ਹੋ ਚੁੱਕਿਆ, ਉਹਦਾ ਨਤੀਜਾ ਸਾਨੂੰ ਜ਼ਰੂਰ ਮਿਲ ਜਾਏਗਾ। ਪਰ ਉਹ ਜੋ ਹੋ ਚੁੱਕਿਆ ਹੈ, ਉਹਨੂੰ ਨਾ ਹੋਇਆ ਨਹੀਂ ਕਰ ਸਕਦੇ ਹੁਣ। ਹਾਂ, ਜਦੋਂ ਗੁਰੂ ਦੀ ਸੇਵਾ ਕਰਦੇ ਹਾਂ, ਗੁਰੂ ਦੀ ਦੱਸੀ ਹੋਈ ਸੇਵਾ ਕਰਦੇ ਹਾਂ, ਤਾਂ ਭਵਿੱਖ ਦੇ ਵਿੱਚ ਜੋ ਅਸੀਂ ਗਲਤ ਕੰਮ ਕਰਨੇ ਨੇ, ਉਹ ਸੋਚਾਂ ਜੋ ਸਾਡੇ ਮਨ ਵਿੱਚ ਨੇ, ਉਹ ਪਾਪ ਜੋ ਸਾਡੇ ਮਨ ਵਿੱਚ ਨੇ, ਉਹ ਕੱਟੇ ਜਾਂਦੇ ਨੇ, ਦੂਰ ਹੋ ਜਾਂਦੇ ਨੇ। ਸਾਧ ਸੇਵਾ ਅਗ ਕਟੇ ਘਨੇਰੇ, ਮਿਟੀ ਤਿਆਸ ਅਗਿਆਨ ਅੰਧੇਰੇ। ਅਗਿਆਨਤਾ ਦੇ ਹਨੇਰੇ ਦੇ ਕਾਰਨ ਪੈਦਾ ਹੋਈ ਮਾਇਆ ਦੀ ਤ੍ਰਿਸ਼ਨਾ ਵੀ ਮਿਟ ਜਾਂਦੀ ਹੈ। ਸੂਖ ਸਹਿਜ ਆਨੰਦ ਘਨਾ, ਗੁਰ ਸੇਵਾ ਤੇ ਭਏ ਮਨ ਨਿਰਮਲ। ਹਰ 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 ਨਾਮ ਸੁਨਾ ਰਹਾਓ। ਜਿਹੜੇ ਮਨੁੱਖ ਸਦਾ ਪ੍ਰਮਾਤਮਾ ਦਾ ਨਾਮ ਸੁਣਦੇ ਰਹਿੰਦੇ ਹਨ, ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਰਹਿੰਦੇ ਹਨ,
ਗੁਰੂ ਦੀ ਦੱਸੀ ਹੋਈ ਸੇਵਾ ਕਰਦੇ ਹਨ, ਉਸ ਸੇਵਾ ਦੀ ਬਰਕਤ ਦੇ ਨਾਲ ਉਹਨਾਂ ਦੇ ਮਨ ਨਿਰਮਲ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ। ਉਹਨਾਂ ਦੇ ਮਨਾਂ ਦੇ ਵਿੱਚ ਬੜਾ ਹੀ ਸੁੱਖ ਆਨੰਦ ਪੈਦਾ ਹੋ ਜਾਂਦਾ ਹੈ, ਉਹਨਾਂ ਦੇ ਅੰਦਰ ਸਹਿਜ ਆ ਜਾਂਦਾ ਹੈ, ਆਤਮਿਕ ਅਡੋਲਤਾ ਆ ਜਾਂਦੀ ਹੈ। ਬਿਨ ਸਿਓ ਮਨ ਕਾ ਮੂਰਖ ਢੀਠਾ, ਪ੍ਰਭ ਕਾ ਭਾਣਾ ਲਾਗਾ ਮਿੱਠਾ। ਜਿਹੜੇ ਮਨੁੱਖ ਗੁਰੂ ਦੀ ਦੱਸੀ ਹੋਈ ਸੇਵਾ ਕਰਦੇ ਨੇ, ਪ੍ਰਮਾਤਮਾ ਦਾ ਨਾਮ ਸੁਣਦੇ ਨੇ, ਬਿਨ ਸਿਓ ਮਨ ਕਾ ਮੂਰਖ ਢੀਠਾ, ਉਹਨਾਂ ਦੇ ਮਨ ਦਾ ਮੂਰਖਪੁਣਾ ਤੇ ਢੀਠਤਾ ਬਿਨਸ ਜਾਂਦੀ ਨੇ, ਦੂਰ ਹੋ ਜਾਂਦੇ ਨੇ। ਉਹਨਾਂ ਨੂੰ ਪ੍ਰਭੂ ਦੀ ਰਜ਼ਾ ਮਿੱਠੀ ਲੱਗਣ ਲੱਗਦੀ ਹੈ। ਪ੍ਰਭ ਕਾ ਭਾਣਾ ਲਾਗਾ ਮਿੱਠਾ। ਉਹਨਾਂ ਦੇ ਜੀਵਨ ਵਿੱਚ ਜੋ ਕੁਝ ਵੀ ਹੋਈ ਜਾਵੇ, ਉਹ ਸਭ ਕੁਝ ਨੂੰ ਹੀ ਪ੍ਰਭੂ ਦੀ ਰਜ਼ਾ ਮੰਨਣ ਲੱਗਦੇ ਨੇ, ਪ੍ਰਮਾਤਮਾ ਦਾ ਭਾਣਾ ਮੰਨਣ ਲੱਗਦੇ ਨੇ। ਗੁਰ ਪੂਰੇ ਕੇ ਚਰਨ ਗਹੇ, ਕੋਟ ਜਨਮ ਕੇ ਪਾਪ ਲਹੇ। ਫਿਰ ਤੋਂ ਉਸੇ ਪ੍ਰਕਾਰ ਦੀ ਹੀ ਗੱਲ ਕਿ ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦੇ ਚਰਨ ਫੜ ਲਏ, ਉਹਨਾਂ ਦੇ ਪਿਛਲੇ ਕਰੋੜਾਂ ਜਨਮਾਂ ਦੇ ਕੀਤੇ ਪਾਪ ਲੈ ਜਾਂਦੇ ਨੇ। ਅੱਜ ਸਾਡੀ ਉਮਰ ਜਿੰਨੀ ਹੋ ਗਈ ਹੈ, ਇਸ ਉਮਰ ਤੱਕ ਪਹੁੰਚਦੇ ਪਹੁੰਚਦੇ ਤੁਸੀਂ ਵੀਡੀਓ ਸੁਣ ਰਹੇ ਹੋ, ਤੁਸੀਂ 15 ਸਾਲ ਦੇ ਵੀ ਹੋ ਸਕਦੇ ਹੋ, 50 ਦੇ ਵੀ ਹੋ ਸਕਦੇ ਹੋ, ਪਰ ਜਿੰਨੀ ਵੀ ਉਮਰ ਤੁਸੀਂ ਹੁਣ ਤੱਕ ਬਿਤਾ ਲਈ ਹੈ, ਉਸ ਉਮਰ ਦੇ ਵਿੱਚ ਤੁਸੀਂ ਆਪਣੇ ਜੀਵਨ ਤੋਂ ਬਹੁਤ ਕੁਝ ਗ੍ਰਹਿਣ ਕਰ ਲਿਆ। ਤੁਹਾਡੇ ਜੀਵਨ ਦੇ ਵਿੱਚ ਜਿਸ ਪ੍ਰਕਾਰ ਦੇ ਵੀ ਹਾਲਾਤ ਪੈਦਾ ਹੋਏ, ਉਹਨਾਂ ਤੋਂ ਤੁਹਾਡੇ ਮਨ ਦੇ ਵਿੱਚ ਚੰਗਿਆਈਆਂ ਵੀ ਤੇ ਬੁਰਾਈਆਂ ਵੀ ਪਣਪ ਗਈਆਂ ਨੇ। ਕਈਆਂ ਮਨੁੱਖਾਂ ਦੇ ਜੀਵਨ ਅਜਿਹੇ ਹੁੰਦੇ ਨੇ ਕਿ ਉਹ ਸਿਰਫ ਬੁਰਾਈਆਂ ਹੀ ਇਕੱਠੀਆਂ ਕਰੀ ਜਾਂਦੇ ਨੇ, ਆਪਣੇ ਜੀਵਨ ਦੇ ਵਿੱਚੋਂ ਬੁਰਾਈਆਂ, ਪਾਪ ਆਪਣੇ ਮਨ ਦੇ ਵਿੱਚ ਇਕੱਠੇ ਕਰੀ ਜਾਂਦੇ ਨੇ। ਲੱਖਾਂ ਕਰੋੜਾਂ ਪਲ ਅਸੀਂ ਆਪਣੇ ਜੀਵਨ ਦੇ ਬਤੀਤ ਕਰ ਚੁੱਕੇ ਹਾਂ। ਉਹ ਲੱਖਾਂ ਕਰੋੜਾਂ ਪਲ ਲੱਖਾਂ ਕਰੋੜਾਂ ਜਨਮਾਂ ਦੇ ਬਰਾਬਰ ਨੇ। ਹਰ ਪਲ ਅਸੀਂ ਕੁਝ ਨਾ ਕੁਝ ਆਪਣੇ ਮਨ ਦੇ ਵਿੱਚ ਵਸਾਈ ਜਾਂਦੇ ਹਾਂ, ਤੇ ਉਸ ਕੁਝ ਨਾ ਕੁਝ ਦੇ ਵਿੱਚ ਬਹੁਤ ਸਾਰੇ ਪਾਪ ਵੀ ਹੁੰਦੇ ਨੇ। ਜਦੋਂ ਗੁਰੂ ਦੇ ਚਰਨੀ ਲੱਗ ਜਾਈਏ ਤੇ ਉਹ ਜਿਹੜੇ ਪਾਪ ਨੇ ਉਹ ਦੂਰ ਹੋ ਜਾਂਦੇ ਹੈ। ਉਹ ਲੱਖਾਂ ਕਰੋੜਾਂ ਜਨਮਾਂ ਤੋਂ ਜੋ ਅਸੀਂ ਪਾਪ ਆਪਣੇ ਮਨ ਵਿੱਚ ਇਕੱਠੇ ਕਰਦੇ ਰਹੇ ਹਾਂ, ਉਹ ਲੈ ਜਾਂਦੇ ਨੇ, ਦੂਰ ਹੋ ਜਾਂਦੇ ਨੇ। ਰਤਨ ਜਨਮ ਇਹ ਸਫਲ ਭਇਆ, ਕਉ ਨਾਨਕ ਪ੍ਰਭ ਕਰੀ ਮਾਇਆ। ਇਹ ਨਾਨਕ ਆਖ, ਜਿਨ੍ਹਾਂ ਮਨੁੱਖਾਂ ਉੱਤੇ ਪ੍ਰਮਾਤਮਾ ਨੇ ਆਪਣੇ ਨਾਮ ਦੀ ਦਾਤ ਦੀ ਮਿਹਰ ਕੀਤੀ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਗੁਰੂ ਦੇ ਲੜ ਲਾ ਦਿੱਤਾ, ਉਹਨਾਂ ਦਾ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਗਿਆ, ਸਫਲ ਹੋ ਗਿਆ। ਆਸਾ ਮਹਿਲਾ ਪੰਜਵਾਂ। ਸਤਿਗੁਰ ਆਪਣਾ ਸਦ ਸਦਾ ਸਮਾਰੇ, ਗੁਰ ਕੇ ਚਰਨ ਕੇਸ ਸੰਗ ਝਾਰੇ। ਇਹ ਮਨ ਆਪਣੇ ਸਤਿਗੁਰੂ ਨੂੰ ਸਦਾ ਆਪਣੇ ਹਿਰਦੇ ਦੇ ਵਿੱਚ ਸਾਂਭ ਕੇ ਰੱਖ। ਗੁਰੂ ਦੇ ਚਰਨਾਂ ਨੂੰ ਆਪਣੇ ਕੇਸਾਂ ਦੇ ਨਾਲ ਝਾੜਿਆ ਕਰ, ਭਾਵ ਕਿ ਗੁਰੂ ਦਰ ਤੇ ਨਿਮਰਤਾ ਦੇ ਨਾਲ ਪਿਆਰ ਹੈ। ਹੁਣ ਇੱਥੇ ਵੀ ਜਿਉਂ ਦੀ ਤਿਉਂ ਇਸ ਗੱਲ ਨੂੰ ਨਹੀਂ ਲੈ ਲੈਣਾ ਕਿ ਆਪਣੇ ਕੇਸਾਂ ਦੇ ਨਾਲ ਗੁਰੂ ਦੇ ਚਰਨਾਂ ਨੂੰ ਸਾਫ਼ ਕਰੀ ਚੱਲੀਏ। ਅਕਸਰ ਹੀ ਇੰਝ ਹੀ ਹੋ ਜਾਂਦਾ ਹੈ। ਜੋ ਮਨੁੱਖ ਹਨ ਉਹ ਇਸ ਪ੍ਰਕਾਰ ਦੀ ਗੱਲ ਪੜ੍ਹਦੇ ਹਨ ਤੇ ਸਰੀਰਕ ਪ੍ਰਕਿਰਿਆ ਨੂੰ ਕਰਨ ਲੱਗ ਜਾਂਦੇ ਨੇ। ਸਰੀਰਕ ਪ੍ਰਕਿਰਿਆ ਦੇ ਪਿੱਛੇ ਦਾ ਜੋ ਭਾਵ ਹੈ ਉਹਨੂੰ ਭੁੱਲ ਜਾਂਦੇ ਨੇ। ਜਿਵੇਂ ਕਿ ਆਪਾਂ ਬਹੁਤ ਵਾਰ ਗੱਲ ਕੀਤੀ ਹੈ ਕਿ ਗੁਰੂ ਦੇ ਚਰਨਾਂ ਦੀ ਧੂੜ ਅਸਲ ਦੇ ਵਿੱਚ ਧੂੜ ਨਹੀਂ, ਬਲਕਿ ਗੁਰੂ ਤੋਂ ਮਿਲਣ ਵਾਲੀਆਂ ਸਿੱਖਿਆਵਾਂ ਹਨ। ਉਸੇ ਪ੍ਰਕਾਰ ਹੀ ਗੁਰੂ ਦੇ ਚਰਨਾਂ ਨੂੰ ਕੇਸਾਂ ਦੇ ਨਾਲ ਝਾੜਨ ਤੋਂ ਭਾਵ ਗੁਰੂ ਦੇ ਪ੍ਰਤੀ ਸਤਿਕਾਰ ਆਪਣੇ ਦਿਲ ਦੇ ਵਿੱਚ ਵਸਾਉਣਾ ਹੈ। ਇੰਨਾ ਸਤਿਕਾਰ ਹੋਵੇ ਕਿ ਲੋੜ ਪਏ ਤੇ ਅਸੀਂ ਆਪਣੇ ਕੇਸਾਂ ਦੇ ਨਾਲ ਗੁਰੂ ਦੇ ਚਰਨਾਂ ਨੂੰ ਝਾੜ ਵੀ ਸਕੀਏ, ਸਾਨੂੰ ਬੁਰਾ ਨਾ ਲੱਗੇ। ਪਰ ਜੇਕਰ ਕੋਈ ਇਨਸਾਨ ਇਸ ਪ੍ਰਕਿਰਿਆ ਦੇ ਪਿੱਛੇ ਦੇ ਭਾਵ ਨੂੰ, ਸਤਿਕਾਰ ਵਾਲੇ ਭਾਵ ਨੂੰ ਨਾ ਜਾਣਦੇ ਹੋਏ ਸਿਰਫ ਸਰੀਰਕ ਤੌਰ 'ਤੇ ਆਪਣੇ ਕੇਸਾਂ ਦੇ ਨਾਲ ਚਰਨਾਂ ਨੂੰ ਧੋ ਰਿਹਾ, ਸਾਫ਼ ਕਰ ਰਿਹਾ, ਤਾਂ ਉਹਦਾ ਕੋਈ ਬਹੁਤਾ ਫਾਇਦਾ ਨਹੀਂ। ਮਾਨਸਿਕ ਤੌਰ 'ਤੇ ਅੰਦਰ ਸਤਿਕਾਰ ਦਾ ਭਾਵ ਹੋਣਾ ਅਤਿਅੰਤ ਜ਼ਰੂਰੀ ਹੈ। ਜਾਗਰੇ ਮਨ ਜਾਗਨ ਹਾਰੇ, ਬਿਨ ਹਰ ਅਵਰ ਨਾ ਆਵਸ ਕਾਮਾ, ਝੂਠਾ ਮੋਹ ਮਿਥਿਆ ਪਸਾਰੇ ਰਹਾਉ। ਇਹ ਜਾਗਣ ਜੋਗੇ ਮਨ, ਜਾਗਣ ਜੋਗਾ ਕਿਉਂ ਕਿਹਾ ਗਿਆ? ਕਿਉਂਕਿ ਅਸਲ ਦੇ ਵਿੱਚ ਹੀ ਸਾਡਾ ਮਨ ਜਾਗਣ ਜੋਗਾ ਹੈ। ਸਾਡਾ ਮਨ
ਬੇਸ਼ੱਕ ਅਗਿਆਨਤਾ ਦੀ ਨੀਂਦ ਦੇ ਵਿੱਚ ਸੁੱਤਾ ਪਿਆ ਹੋਵੇ, ਪਰ ਇਹਦੇ ਵਿੱਚ ਜਾਗਣ ਦੀ ਸਮਰੱਥਾ ਹੈ। ਗੁਰੂ ਸਾਹਿਬ ਇਸੇ ਲਈ ਕਹਿੰਦੇ ਨੇ, ਜਾਗ ਰੇ ਮਨ ਜਾਗਣ ਹਾਰੇ, ਕਿ ਹੇ ਮਨ, ਤੇਰੇ ਵਿੱਚ ਜਾਗਣ ਦੀ ਸਮਰੱਥਾ ਹੈ, ਤੂੰ ਜਾਗ, ਸੁਚੇਤ ਹੋ। ਇਹ ਗੱਲ ਚੇਤੇ ਦੇ ਵਿੱਚ ਰੱਖ। ਬਿਨ ਹਰ ਅਵਰ ਨਾ ਆਵਸ ਕੰਮ, ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਵੀ ਪਦਾਰਥ ਤੇਰੇ ਕੰਮ ਨਹੀਂ ਆਵੇਗਾ। ਝੂਠਾ ਮੋਹ ਮਿਥਿਆ ਪਸਾਰੇ, ਪਰਿਵਾਰ ਦਾ ਮੋਹ ਤੇ ਮਾਇਆ ਦਾ ਖਿਲਾਰਾ, ਇਹ ਕੋਈ ਵੀ ਬਹੁਤਾ ਸਾਥ ਨਿਭਾਉਣ ਵਾਲੇ ਨਹੀਂ ਹਨ। ਗੁਰ ਕੀ ਬਾਣੀ ਸਿਉ ਰੰਗ ਲਾਏ, ਗੁਰ ਕਿਰਪਾਲ ਹੋਏ ਦੁੱਖ ਜਾਏ। ਸਤਿਗੁਰੂ ਦੀ ਬਾਣੀ ਦੇ ਨਾਲ ਪਿਆਰ ਜੋੜ। ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਉਹਦਾ ਹਰੇਕ ਦੁੱਖ ਦੂਰ ਹੋ ਜਾਂਦਾ ਹੈ। ਗੁਰ ਬਿਨ ਦੂਜਾ ਨਾਹੀ ਥਾਓ, ਗੁਰ ਦਾਤਾ ਗੁਰ ਦੇਵੈ ਨਾਉ। ਗੁਰੂ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਜਿਹੜੀ ਸਾਡੇ ਮਾਇਆ ਦੀ ਨੀਂਦ ਦੇ ਵਿੱਚ ਸੁੱਤੇ ਹੋਏ ਮਨ ਨੂੰ ਜਗਾ ਸਕੇ। ਗੁਰੂ ਦਾਤਾ ਹੈ, ਸਾਨੂੰ ਪ੍ਰਮਾਤਮਾ ਦੇ ਨਾਮ ਦੀ ਦਾਤ ਬਖਸ਼ਦਾ ਹੈ। ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, ਆਠ ਪਹਿਰ ਨਾਨਕ ਗੁਰ ਜਾਪ। ਇਹ ਨਾਨਕ ਆਖ, ਹੇ ਭਾਈ, ਅੱਠੇ ਪਹਿਰ ਹਰ ਵੇਲੇ ਗੁਰੂ ਨੂੰ ਚੇਤੇ ਰੱਖ। ਗੁਰੂ ਪਾਰ ਬ੍ਰਹਮ ਦਾ ਰੂਪ ਹੈ, ਪਰਮੇਸ਼ਰ ਦਾ ਰੂਪ ਹੈ। ਆਸਾ ਮਹਿਲਾ ਪੰਜਵਾਂ। ਆਪੇ ਪੇੜ ਵਿਸਥਾਰੀ ਸ਼ਾਖ, ਆਪਣੀ ਖੇਤੀ ਆਪੇ ਰਾਖ। ਇਹ ਜਗਤ ਮਾਨੋ ਇੱਕ ਰੁੱਖ ਦੀਆਂ ਵਿਖਰੀਆਂ ਹੋਈਆਂ ਸ਼ਾਖਾਵਾਂ ਹਨ, ਟਹਿਣੀਆਂ ਹਨ, ਤੇ ਪ੍ਰਮਾਤਮਾ ਉਸ ਰੁੱਖ ਦਾ ਤਣਾ ਹੈ। ਪੇੜ ਤੋਂ ਭਾਵ ਇੱਥੇ ਰੁੱਖ ਨਹੀਂ ਬਲਕਿ ਤਣਾ ਹੈ। ਉਹ ਤਣਾ ਜੋ ਸਾਰੇ ਰੁੱਖ ਨੂੰ ਸੰਭਾਲ ਕੇ ਰੱਖਦਾ ਹੈ। ਜਿੰਨਾ ਵੱਡਾ ਰੁੱਖ ਹੋਵੇ ਓਨਾ ਹੀ ਮਜ਼ਬੂਤ ਤਣਾ ਚਾਹੀਦਾ ਹੈ, ਤੇ ਓਨਾ ਹੀ ਮਜ਼ਬੂਤ ਤਣਾ ਉਸ ਰੁੱਖ ਨੂੰ ਮਿਲਦਾ ਹੈ। ਤੇ ਸੋਚੀਏ, ਇਹ ਜਗਤ ਇੰਨਾ ਵਿਸ਼ਾਲ ਹੈ, ਇਸ ਇੰਨੇ ਵਿਸ਼ਾਲ ਜਗਤ ਦੀ ਸੰਭਾਲ ਕਰਨ ਵਾਲਾ ਪ੍ਰਮਾਤਮਾ ਕਿੰਨਾ ਵਿਸ਼ਾਲ ਤੇ ਤਾਕਤਵਰ ਹੋਵੇਗਾ। ਆਪਣੀ ਖੇਤੀ ਆਪੇ ਰਾਖ। ਇਹ ਸਾਰਾ ਜਗਤ ਪ੍ਰਮਾਤਮਾ ਦੀ ਬੀਜੀ ਹੋਈ ਫਸਲ ਹੈ, ਤੇ ਇਸ ਫਸਲ ਦੀ ਰਾਖੀ ਪ੍ਰਮਾਤਮਾ ਆਪ ਕਰਦਾ ਹੈ। ਜਤ ਕਤ ਪੇਖੋ ਏਕੈ ਉਹੀ, ਘਟ ਘਟ ਅੰਤਰ ਆਪੇ ਸੋਈ ਰਹਾਓ। ਗੁਰੂ ਜੀ ਕਹਿੰਦੇ ਕਿ ਹੇ ਭਾਈ, ਮੈਂ ਜਿੱਧਰ ਕਿੱਧਰ ਵੀ ਵੇਖਦਾ ਹਾਂ, ਮੈਨੂੰ ਇੱਕ ਪ੍ਰਮਾਤਮਾ ਨਜ਼ਰ ਆਉਂਦਾ ਹੈ, ਦਿਖਦਾ ਹੈ। ਉਹ ਪ੍ਰਮਾਤਮਾ ਆਪ ਹੀ ਹਰੇਕ ਸਰੀਰ ਦੇ ਵਿੱਚ ਵਸ ਰਿਹਾ ਹੈ। ਆਪੇ ਸੂਰ ਕਿਰਨ ਵਿਸਥਾਰ, ਸੋਈ ਗੁਪਤ ਸੋਈ ਆਕਾਰ। ਪ੍ਰਮਾਤਮਾ ਆਪ ਹੀ ਸੂਰਜ ਹੈ, ਤੇ ਇਹ ਜਗਤ ਮਾਨੋ ਉਸ ਸੂਰਜ ਦੀਆਂ ਕਿਰਨਾਂ ਦਾ ਖਿਲਾਰਾ ਹੈ। ਉਹ ਆਪ ਹੀ ਅਦ੍ਰਿਸ਼ਟ ਵੀ ਹੈ ਤੇ ਦ੍ਰਿਸ਼ਟੀਮਾਨ ਵੀ ਹੈ। ਇਹ ਜਗਤ ਜੋ ਪਸਾਰਾ ਖਿਲਰਿਆ ਹੋਇਆ ਹੈ, ਇਹ ਵੀ ਪ੍ਰਮਾਤਮਾ ਦਾ ਹੀ ਰੂਪ ਹੈ, ਪ੍ਰਮਾਤਮਾ ਦਾ ਦ੍ਰਿਸ਼ਟੀਮਾਨ ਰੂਪ ਹੈ, ਤੇ ਉਹ ਖੁਦ ਅਦ੍ਰਿਸ਼ਟ ਵੀ ਹੈ। ਸਰਗੁਣ ਨਿਰਗੁਣ ਥਾਪੈ ਨਾਉ, ਦੋਹਾਂ ਮਿਲ ਏਕੈ ਕੀਨੋ ਠਾਓ। ਆਪਣੇ ਅਦ੍ਰਿਸ਼ਟ ਤੇ ਦ੍ਰਿਸ਼ਟੀਮਾਨ ਰੂਪ ਨੂੰ ਦਰਸਾਉਣ ਦੇ ਲਈ ਨਿਰਗੁਣ ਤੇ ਸਰਗੁਣ ਨਾਮ ਵੀ ਉਸ ਪ੍ਰਮਾਤਮਾ ਨੇ ਆਪ ਹੀ ਦਿੱਤੇ ਹਨ। ਦੋਹਾਂ ਦੇ ਵਿੱਚ ਫਰਕ ਸਿਰਫ ਕਹਿਣ ਨੂੰ ਹੀ ਹੈ, ਸਿਰਫ ਨਾਂ ਮਾਤਰ ਹੀ ਫਰਕ ਹੈ। ਅਸਲ ਦੇ ਵਿੱਚ ਇਹਨਾਂ ਦੋਹਾਂ ਹੀ ਰੂਪਾਂ ਨੇ ਮਿਲ ਕੇ ਇੱਕ ਪ੍ਰਮਾਤਮਾ ਦੇ ਵਿੱਚ ਆਪਣਾ ਟਿਕਾਣਾ ਬਣਾਇਆ ਹੋਇਆ ਹੈ। ਕਹੋ ਨਾਨਕ ਗੁਰ ਭਰਮ ਭਉ ਖੋਇਆ, ਆਨੰਦ ਰੂਪ ਸਭ ਨੈਣ ਅਲੋਇਆ। ਹੇ ਨਾਨਕ ਆਖ, ਗੁਰੂ ਨੇ ਜਿਸ ਮਨੁੱਖ ਦੇ ਅੰਦਰੋਂ ਮਾਇਆ ਵਾਲੀ ਭਟਕਣਾ ਤੇ ਡਰ ਦੂਰ ਕਰ ਦਿੱਤਾ, ਉਸਨੇ ਹਰ ਥਾਂ ਉਸ ਪ੍ਰਮਾਤਮਾ ਨੂੰ ਆਪਣੀ ਅੱਖੀਂ ਵੇਖ ਲਿਆ। ਉਹ ਪ੍ਰਮਾਤਮਾ ਜੋ ਸਦਾ ਹੀ ਆਨੰਦ ਵਿੱਚ ਰਹਿੰਦਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 387ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਰਾਹੀਂ ਗੁਰੂ ਸਾਹਿਬ ਨੇ ਸਾਨੂੰ ਪਰਮਾਤਮਾ ਤੇ ਪਰਮਾਤਮਾ ਦਾ ਇਸ ਜਗਤ ਦੇ ਨਾਲ ਸੰਬੰਧ ਕਿੱਦਾਂ ਦਾ ਹੈ ਉਹਦੇ ਬਾਰੇ 'ਚ ਕਾਫੀ ਕੁਝ ਦੱਸਿਆ ਕਿ ਇਹ ਸਾਰਾ ਜਗਤ ਪਰਮਾਤਮਾ ਦੇ ਹੁਕਮ ਦੇ ਧਾਗੇ ਦੇ ਵਿੱਚ ਵੱਜਾ ਹੋਇਆ ਹੈ। ਪਰਮਾਤਮਾ ਇੱਕ ਪਲ ਦੇ ਵਿੱਚ ਕੁਝ ਬਣਾਉਣ ਦੀ ਸਮਰੱਥਾ ਵੀ ਰੱਖਦਾ ਹੈ, ਇੱਕ ਪਲ ਦੇ ਵਿੱਚ ਹੀ ਢਾਣ ਦੀ ਸਮਰੱਥਾ ਵੀ ਰੱਖਦਾ ਹੈ। ਉਹ ਖੁਦ ਸਭ ਕੁਝ ਕਰਨ ਯੋਗ ਵੀ ਹੈ, ਜੀਵਾਂ ਦੇ ਪਾਸੋਂ ਸਭ ਕੁਝ ਕਰਵਾਉਣ ਯੋਗ ਵੀ ਹੈ। ਘਟ ਘਟ ਦੇ ਅੰਦਰ ਪਰਮਾਤਮਾ ਵਸ ਰਿਹਾ ਹੈ।
ਫਿਰ ਪ੍ਰਮਾਤਮਾ ਦੇ ਨਾਮ ਜਪਣ ਦੀ ਮਹੱਤਤਾ ਵੀ ਗੁਰੂ ਸਾਹਿਬ ਨੇ ਸਾਨੂੰ ਦੱਸੀ ਹੈ ਕਿ ਕਿੰਜ ਪ੍ਰਮਾਤਮਾ ਦੇ ਨਾਮ ਦੇ ਰਾਹੀਂ ਅਸੀਂ ਆਪਣੇ ਕਰੋੜਾਂ ਹੀ ਜਨਮਾਂ ਦੇ ਪਾਪ ਮਿਟਾ ਸਕਦੇ ਹਾਂ। ਤੇ ਅਸੀਂ ਇਹ ਵੀ ਜਾਣਿਆ ਕਿ ਇਹ ਕਰੋੜਾਂ ਜਨਮ ਕਿਹੜੇ ਨੇ ਤੇ ਪਾਪ ਕਿਹੜੇ ਨੇ। ਤੇ ਅਖੀਰ ਵੱਲ ਨੂੰ ਦੋ ਉਦਾਹਰਨਾਂ ਲੈ ਕੇ, ਇੱਕ ਰੁੱਖ ਦੀ ਤੇ ਦੂਸਰੀ ਸੂਰਜ ਦੀ, ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਪ੍ਰਮਾਤਮਾ ਅਦ੍ਰਿਸ਼ਟ ਵੀ ਹੈ ਤੇ ਦ੍ਰਿਸ਼ਟੀਮਾਨ ਵੀ ਹੈ। ਆਓ ਉਸ ਪ੍ਰਮਾਤਮਾ ਦੇ ਦ੍ਰਿਸ਼ਟੀਮਾਨ ਰੂਪ ਨੂੰ ਵੇਖ ਕੇ ਉਹਦੀ ਵਾਹ ਵਾਹ ਕਰੀਏ, ਸਿਫਤ ਸਲਾਹ ਕਰੀਏ। ਦ੍ਰਿਸ਼ਟੀਮਾਨ ਰੂਪ ਨੂੰ ਵੇਖ ਕੇ ਪ੍ਰਮਾਤਮਾ ਤੋਂ ਪ੍ਰਭਾਵਿਤ ਹੋਈਏ ਤੇ ਅਦ੍ਰਿਸ਼ਟ ਰੂਪ ਦੇ ਨਾਲ ਸਾਂਝ ਗੰਢੀਏ। ਪ੍ਰਮਾਤਮਾ ਸਾਡੇ ਸਭਨਾਂ ਤੇ ਮਿਹਰ ਕਰੇ ਕਿ ਅਸੀਂ ਇਹ ਕਰ ਪਾਈਏ। ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।